सर्दी बहुत ज़्यादा सी, इसलिए कमरा भी काफ़ी ठंडा सी। विक्रम ने मेरा हथ फड़िया, जो उस समय बहुत ठंडा हो रहा सी। उसने मेरी ਉਂਗਲੀ ਵਿੱਚ ਇੱਕ ਅੰਗੂਠੀ ਪਾ ਦਿੱਤੀ। ਫਿਰ ਉਸਨੇ ਕਿਹਾ, ਇਸ ਤੁਹਾਡੇ ਮੂੰਹ ਦਿਖਾਈ ਦਾ ਤੋਹਫਾ ਹੈ। ਇਸ ਤੋਂ ਬਾਅਦ ਉਹ ਮੇਰੀ ਤਾਰੀਫ ਕਰਨ ਲੱਗਾ। ਵਿਕਰਮ ਦੀਆਂ ਗੱਲਾਂ ਵਿੱਚ ਕੁਝ ਅਜਿਹਾ ਜਾਦੂ ਸੀ ਕਿ ਮੈਂ ਉਸ ਜਾਦੂ ਵਿੱਚ ਗਵਾਚ ਗਈ। ਉਹ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ ਅਤੇ ਹੌਲੀ-ਹੌਲੀ ਉਸਨੇ ਮੇਰੇ ਗਹਿਣੇ ਵੀ ਆਪਣੇ ਹੱਥਾਂ ਨਾਲ ਉਤਾਰ ਦਿੱਤੇ। ਮੈਂ ਉਸ ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦੇਖ ਸਕੀ ਸੀ, ਪਰ ਜੋ ਬਾਅਦ ਵਿੱਚ ਹੋਇਆ, ਉਸਨੇ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਰੱਖ ਦਿੱਤੀ। ਦੋਸਤੋ, ਸਾਰੀ ਕਹਾਣੀ ਮੈਂ ਤੁਹਾਨੂੰ ਖੁੱਲ੍ਹ ਕੇ ਦੱਸਦੀ ਹਾਂ। ਮੇਰਾ ਰਿਸ਼ਤਾ ਬਹੁਤ ਜਲਦੀ ਨਾਲ ਤੈਅ ਹੋਇਆ ਸੀ। ਵਿਆਹ ਦੀ ਤਰੀਕ ਵੀ ਮਹੀਨੇ ਵਿੱਚ ਤੈਅ ਹੋ ਗਈ ਸੀ। ਮੇਰੇ ਪਿਤਾ ਜੀ ਬਹੁਤ ਪੁਰਾਣੇ ਖਿਆਲਾਂ ਦੇ ਆਦਮੀ ਸਨ, ਇਸ ਲਈ ਕਿਸੇ ਨੇ ਮੈਨੂੰ ਮੁੰਡੇ ਨਾਲ ਜਾਣ ਪਛਾਣ ਕਰਵਾਉਣ ਦੀ ਲੋੜ ਨਹੀਂ ਸਮਝੀ। ਪਰ ਮੈਂ ਆਪਣੇ ਭਰਾਵਾਂ ਦੇ ਮੂੰਹੋਂ ਮੁੰਡੇ ਦੀ ਬਹੁਤ ਤਾਰੀਫ ਸੁਣੀ ਸੀ। ਦੇਖਣ ਵਿੱਚ ਮੁੰਡਾ ਬਹੁਤ ਹੀ ਸੁੰਦਰ ਤੇ ਨੌਜਵਾਨ ਹੈ, ਪਰ ਮੇਰਾ ਦਿਲ ਵੀ ਆਪਣੇ ਹੋਣ ਵਾਲੇ ਜੀਵਨ ਸਾਥੀ ਨੂੰ ਦੇਖਣ ਲਈ ਤਰਸ ਰਿਹਾ ਸੀ। ਮੈਂ ਆਪਣੀ ਭਾਬੀ ਨੂੰ ਕਿਹਾ ਕਿ ਮੈਂ ਮੁੰਡੇ ਨੂੰ ਦੇਖਣਾ ਚਾਹੁੰਦੀ ਹਾਂ, ਤਾਂ ਭਾਬੀ ਕੰਨਾਂ 'ਤੇ ਹੱਥ ਰੱਖ ਕੇ ਕਹਿਣ ਲੱਗੀ, ਤੁਹਾਡੇ ਪਿਤਾ ਜੀ ਬਿਲਕੁਲ ਨਹੀਂ ਮੰਨਣਗੇ। ਹਾਂ, ਜੇ ਤੇਰਾ ਦਿਲ ਕਰਦਾ ਹੈ ਤਾਂ ਉਸ ਦੀ ਤਸਵੀਰ ਦੇਖ ਸਕਦੀ ਹੈ। ਮੈਂ ਤਸਵੀਰ 'ਤੇ ਹੀ ਰਾਜੀ ਹੋ ਗਈ ਕਿ ਮੈਂ ਘੱਟੋ ਘੱਟ ਮੁੰਡੇ ਦੀ ਇੱਕ ਝਲਕ ਤਾਂ ਦੇਖ ਲਵਾਂਗੀ, ਜਿਸ ਦੇ ਨਾਲ ਮੈਂ ਸਾਰੀ ਉਮਰ ਗੁਜ਼ਾਰਨੀ ਹੈ। ਉਸ ਨੂੰ ਮੈਂ ਬਿਨਾਂ ਦੇਖੇ ਆਪਣੇ ਪਤੀ ਦੇ ਰੂਪ ਵਿੱਚ ਕਿਵੇਂ ਸਵੀਕਾਰ ਕਰ ਸਕਦੀ ਸੀ। ਤੇ ਜਦੋਂ ਭਾਬੀ ਨੇ ਮੈਨੂੰ ਮੇਰੇ ਹੋਣ ਵਾਲੇ ਪਤੀ ਵਿਕਰਮ ਦੀ ਤਸਵੀਰ ਦਿਖਾਈ ਤਾਂ ਮੇਰਾ ਇੱਕਦਮ ਧੜਕਣਾ ਦਿਲ ਛੱਡ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਸੋਹਣਾ ਨੌਜਵਾਨ ਕਦੇ ਨਹੀਂ ਦੇਖਿਆ ਸੀ। ਮੇਰੀ ਕਿਸਮਤ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਅਤੇ ਰੱਬ ਨੇ ਮੈਨੂੰ ਇੰਨਾ ਸੋਹਣਾ ਪਤੀ ਦਿੱਤਾ ਹੈ। ਦਿਲ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਜਿੰਨਾ ਸੋਹਣਾ ਦਿਸਦਾ ਹੈ, ਕਾਸ਼ ਉਸ ਦਾ ਦਿਲ ਵੀ ਓਨਾ ਹੀ ਸੋਹਣਾ ਹੋਵੇ। ਮੈਂ ਵੀ ਸੁੰਦਰਤਾ ਵਿੱਚ ਕਿਸੇ ਤੋਂ ਘੱਟ ਨਹੀਂ ਸੀ ਅਤੇ ਵਿਆਹ ਲਈ ਬਹੁਤ ਘੱਟ ਸਮਾਂ ਸੀ। 1-2 ਮਹੀਨੇ ਛੇਤੀ ਲੰਘ ਗਏ। ਵਿਆਹ ਦਾ ਦਿਨ ਵੀ ਆ ਗਿਆ ਅਤੇ ਮੇਰਾ ਵਿਆਹ ਬਹੁਤ ਹੀ ਸੁਖਾਵੇਂ ਢੰਗ ਨਾਲ ਤੈਅ ਹੋ ਗਿਆ। ਵਿਆਹ ਵਿੱਚ ਕਿਸੇ ਕਿਸਮ ਦੀ ਕੋਈ ਉਲਝਣ ਨਹੀਂ ਸੀ। ਜਦੋਂ ਮੈਨੂੰ ਫੇਰਿਆਂ ਲਈ ਮੰਡਪ ਵਿੱਚ ਲਿਆਂਦਾ ਗਿਆ ਤਾਂ ਮੇਰੀਆਂ ਅੱਖਾਂ ਵਿਕਰਮ ਦੀਆਂ ਅੱਖਾਂ ਨਾਲ ਮਿਲ ਗਈਆਂ। ਉਸ ਦੀਆਂ ਅੱਖਾਂ ਵਿੱਚ ਚਮਕ ਅਤੇ ਖੁਸ਼ੀ ਦੇਖ ਕੇ ਸਾਫ਼ ਪਤਾ ਲੱਗਦਾ ਸੀ ਕਿ ਵਿਕਰਮ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੈ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਮੇਰੀ ਸੱਸ ਮੈਨੂੰ ਕਮਰੇ ਵਿੱਚ ਲੈ ਗਈ, ਪਰ ਮੇਰੀ ਸੱਸ ਦੇ ਚਿਹਰੇ 'ਤੇ ਅਜੀਬ ਜਿਹੀ ਚਿੰਤਾ ਸੀ। ਇੰਜ ਲੱਗਦਾ ਸੀ ਜਿਵੇਂ ਉਹ ਬਹੁਤ ਦਰਦ ਵਿੱਚ ਹੋਵੇ। ਇਸ ਸਰਦੀ ਦੇ ਮੌਸਮ ਵਿੱਚ ਵੀ ਉਸ ਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ। ਮੈਂ ਸੋਚਿਆ ਸ਼ਾਇਦ ਉਹ ਥੱਕ ਗਈ ਹੋਵੇਗੀ। ਜਿਵੇਂ ਹੀ ਉਹ ਕਮਰੇ ਤੋਂ ਬਾਹਰ ਗਈ, ਆਪਣੇ ਕਮਰੇ ਦਾ ਜਾਇਜ਼ਾ ਲਿਆ। ਮੇਰਾ ਕਮਰਾ ਕਾਫੀ ਵੱਡਾ ਸੀ ਅਤੇ ਮੇਰੇ ਵੱਲੋਂ ਲਿਆਂਦੇ ਦਾਜ ਨਾਲ ਸਜਾਇਆ ਗਿਆ ਸੀ। ਇਸ 'ਤੇ ਫੁੱਲਾਂ ਦੀ ਸਜਾਵਟ ਨੇ ਕਮਰੇ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ ਸੀ। ਕਮਰੇ ਦਾ ਮਾਹੌਲ ਬਹੁਤ ਰੋਮਾਂਟਿਕ ਸੀ। ਯਕੀਨਨ ਕਮਰੇ ਦੀ ਇਹ ਸਜਾਵਟ ਵਿਕਰਮ ਨੇ ਹੀ ਕੀਤੀ ਹੋਵੇਗੀ ਅਤੇ ਇਹ ਸਜਾਵਟ ਮੇਰੇ ਲਈ ਉਸ ਦੇ ਪਿਆਰ ਦਾ ਸਬੂਤ ਸੀ। ਅਤੇ ਮੈਂ ਇਹ ਸੋਚ ਕੇ ਸ਼ਰਮ ਨਾਲ ਲਾਲ ਹੋ ਰਹੀ ਸੀ ਕਿ ਉਸਨੇ ਆਪਣੀ ਰਾਤ ਨੂੰ ਮੇਰੇ ਲਈ ਕਿਵੇਂ ਯਾਦਗਾਰ ਬਣਾਉਣਾ ਸੀ। ਵਿਕਰਮ ਬਾਰੇ ਸੋਚ ਕੇ ਮੇਰਾ ਦਿਲ ਤੇਜ਼ ਧੜਕ ਰਿਹਾ ਸੀ। ਪਰ ਅਚਾਨਕ ਕਮਰੇ ਦੀਆਂ ਲਾਈਟਾਂ ਬੰਦ ਹੋ ਗਈਆਂ। ਅਚਾਨਕ ਸਾਰੇ ਕਮਰੇ ਵਿੱਚ ਹਨੇਰਾ ਹੋ ਗਿਆ। ਜਨਵਰੀ ਦਾ ਮਹੀਨਾ ਸੀ, ਇਸ ਲਈ ਗਰਮੀ ਦਾ ਸਵਾਲ ਹੀ ਨਹੀਂ ਸੀ। ਸਰਦੀ ਪੂਰੇ ਜ਼ੋਰਾਂ 'ਤੇ ਸੀ, ਪਰ ਮੈਨੂੰ ਇਸ ਹਨੇਰੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਲਾਈਟਾਂ ਅਚਾਨਕ ਬੰਦ ਕਿਉਂ ਹੋ ਗਈਆਂ, ਪਰ ਉਸ ਸਮੇਂ ਮੈਂ ਕਮਰੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣੀ ਅਤੇ ਖੁੱਲ੍ਹਣ ਤੋਂ ਬਾਅਦ ਮੈਨੂੰ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਮੈਨੂੰ ਹਨੇਰੇ ਵਿੱਚ ਕੁਝ ਵੀ ਨਹੀਂ ਦਿਖ ਰਿਹਾ ਸੀ, ਸਿਰਫ ਇੱਕ ਕਾਲਾ ਪਰਛਾਵਾਂ ਦਿਖਾਈ ਦੇ ਰਿਹਾ ਸੀ। ਮੈਂ ਹੌਲੀ ਜਿਹੀ ਕਿਹਾ, ਕੌਣ ਹੈ? ਫਿਰ ਆਵਾਜ਼ ਆਈ, ਮੈਂ ਵਿਕਰਮ, ਤੇਰਾ ਪਤੀ ਹਾਂ। ਇਹ ਸੁਣ ਕੇ ਮੈਂ ਸ਼ਰਮ ਨਾਲ ਹੋਰ ਕੁਝ ਨਾ ਕਹਿ ਸਕੀ। ਵਿਕਰਮ ਨੇ ਮੇਰੇ ਕੋਲ ਆ ਕੇ ਕਿਹਾ ਕਿ ਸਾਡੇ ਇਲਾਕੇ ਦੀ ਬਿਜਲੀ ਦਾ ਟਰਾਂਸਫਰ ਸੜ ਗਿਆ ਹੈ, ਜਿਸ ਕਾਰਨ
ਅਸੀਂ ਰਾਤ ਭਰ ਸੌ ਨਹੀਂ ਸਕਾਂਗੇ। ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ, ਕਿਉਂਕਿ ਮੈਂ ਵਿਕਰਮ ਦਾ ਚਿਹਰਾ ਵੀ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕਦੀ ਸੀ। ਮੇਰਾ ਮੋਬਾਈਲ ਮੇਰੇ ਪਰਸ ਵਿੱਚ ਸੀ ਅਤੇ ਮੈਨੂੰ ਨਹੀਂ ਪਤਾ ਕਿ ਪਰਸ ਹਨੇਰੇ ਵਿੱਚ ਕਿੱਥੇ ਰੱਖਿਆ ਹੋਇਆ ਸੀ, ਨਹੀਂ ਤਾਂ ਮੈਂ ਆਪਣੇ ਮੋਬਾਈਲ ਦੀ ਟਾਰਚ ਦੀ ਵਰਤੋਂ ਕਰ ਲੈਂਦੀ। ਵਿਕਰਮ ਮੇਰੇ ਕੋਲ ਬੈਠ ਗਿਆ। ਮੈਂ ਸੋਚਿਆ ਕਿ ਸ਼ਾਇਦ ਉਹ ਆਪਣੇ ਮੋਬਾਈਲ ਦੀ ਟਾਰਚ ਲਾਈਟ ਜਗਾ ਲਵੇਗਾ, ਪਰ ਉਸਨੇ ਅਜਿਹਾ ਕੁਝ ਨਹੀਂ ਕੀਤਾ। ਉਸਨੇ ਕਿਹਾ ਕਿ ਸਾਨੂੰ ਇਹ ਰਾਤ ਹਨੇਰੇ ਵਿੱਚ ਕੱਟਣੀ ਪਵੇਗੀ, ਕਿਉਂਕਿ ਲਾਈਟ ਠੀਕ ਕਰਨ ਲਈ ਤਾਂ ਸਵੇਰੇ ਹੀ ਕੋਈ ਆਵੇਗਾ। ਮੈਂ ਕੀ ਕਹਿ ਸਕਦੀ ਸੀ। ਸਰਦੀ ਬਹੁਤ ਸੀ, ਇਸ ਲਈ ਕਮਰਾ ਵੀ ਕਾਫੀ ਠੰਡਾ ਸੀ। ਵਿਕਰਮ ਨੇ ਮੇਰਾ ਹੱਥ ਫੜਿਆ, ਜੋ ਉਸ ਸਮੇਂ ਬਹੁਤ ਠੰਡਾ ਹੋ ਰਿਹਾ ਸੀ। ਉਸਨੇ ਮੇਰੀ ਉਂਗਲੀ ਵਿੱਚ ਇੱਕ ਅੰਗੂਠੀ ਪਾ ਦਿੱਤੀ। ਫਿਰ ਉਸਨੇ ਕਿਹਾ, ਇਹ ਤੁਹਾਡੇ ਮੂੰਹ ਦਿਖਾਈ ਦਾ ਤੋਹਫਾ ਹੈ। ਇਸ ਤੋਂ ਬਾਅਦ ਉਹ ਮੇਰੀ ਤਾਰੀਫ ਕਰਨ ਲੱਗਾ। ਵਿਕਰਮ ਦੀਆਂ ਗੱਲਾਂ ਵਿੱਚ ਕੁਝ ਅਜਿਹਾ ਜਾਦੂ ਸੀ ਕਿ ਮੈਂ ਉਸ ਜਾਦੂ ਵਿੱਚ ਗਵਾਚ ਗਈ। ਉਹ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ ਅਤੇ ਹੌਲੀ-ਹੌਲੀ ਉਸਨੇ ਮੇਰੇ ਗਹਿਣੇ ਵੀ ਆਪਣੇ ਹੱਥਾਂ ਨਾਲ ਉਤਾਰ ਦਿੱਤੇ। ਮੈਂ ਉਸ ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦੇਖ ਸਕੀ ਸੀ। ਵਿਕਰਮ ਨੇ ਹੌਲੀ-ਹੌਲੀ ਮੇਰੇ ਸਾਰੇ ਗਹਿਣੇ ਉਤਾਰ ਦਿੱਤੇ ਸਨ ਅਤੇ ਮੇਰੇ ਬਹੁਤ ਨੇੜੇ ਆ ਗਿਆ ਸੀ, ਇੰਨੇ ਨੇੜੇ ਕਿ ਮੈਂ ਉਸ ਦੇ ਸਾਹ ਦੀ ਗੂੰਜ ਨੂੰ ਆਪਣੇ ਚਿਹਰੇ 'ਤੇ ਮਹਿਸੂਸ ਕਰ ਸਕਦੀ ਹਾਂ। ਅਤੇ ਫਿਰ ਸਾਡੇ ਵਿਚਕਾਰ ਦੀ ਸਾਰੀ ਦੂਰੀ ਅਲੋਪ ਹੋਣ ਲੱਗੀ। ਮੈਂ ਵਿਕਰਮ ਦੀਆਂ ਮਜ਼ਬੂਤ ਬਾਹਾਂ ਵਿੱਚ ਚਲੀ ਗਈ। ਵਿਕਰਮ ਦੇ ਨਾਲ ਬਿਤਾਏ ਪਲ ਮੇਰੇ ਲਈ ਬਹੁਤ ਕੀਮਤੀ ਬਣ ਰਹੇ ਸਨ, ਜਾਂ ਫਿਰ ਉਸਨੇ ਉਹਨਾਂ ਪਲਾਂ ਨੂੰ ਮੇਰੇ ਲਈ ਬਹੁਤ ਕੀਮਤੀ ਬਣਾ ਦਿੱਤਾ ਸੀ। ਸਵੇਰੇ ਮੈਂ ਪੰਛੀਆਂ ਦੇ ਚਹਿਕਣ ਨਾਲ ਜਾਗੀ। ਕਮਰੇ ਵਿੱਚ ਸਾਰੇ ਪਾਸੇ ਰੌਸ਼ਨੀ ਸੀ ਅਤੇ ਗੁਲਾਬ ਦੀ ਮਹਿਕ ਹੁਣ ਮੇਰੇ ਕਮਰੇ ਵਿੱਚ ਮੌਜੂਦ ਸੀ। ਰਾਤ ਨੂੰ ਜਿਵੇਂ ਹੀ ਮੈਂ ਵਿਕਰਮ ਬਾਰੇ ਸੋਚਿਆ, ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ। ਪਰ ਜਿਵੇਂ ਹੀ ਮੈਂ ਪਾਸਾ ਲਿਆ ਤਾਂ ਮੇਰੇ ਨਾਲ ਵਾਲੀ ਜਗ੍ਹਾ ਬਿਲਕੁਲ ਖਾਲੀ ਸੀ। ਮੈਂ ਇੱਕਦਮ ਉੱਠ ਕੇ ਬੈਠ ਗਈ ਕਿ ਮੈਂ ਇੰਨੀ ਦੇਰ ਤੱਕ ਸੌਂਦੀ ਰਹੀ ਤੇ ਵਿਕਰਮ ਵੀ ਉੱਠ ਕੇ ਚਲਾ ਗਿਆ। ਇਹ ਕਿੰਨੀ ਮਾੜੀ ਗੱਲ ਹੈ ਕਿ ਅੱਜ ਮੇਰੇ ਸਹੁਰੇ ਘਰ ਮੇਰਾ ਪਹਿਲਾ ਦਿਨ ਹੈ ਅਤੇ ਮੈਂ ਅਜੇ ਵੀ ਸੋ ਰਹੀ ਹਾਂ। ਵਿਕਰਮ ਵੀ ਉੱਠ ਕੇ ਚਲਾ ਗਿਆ ਸੀ। ਮੈਨੂੰ ਵਿਕਰਮ 'ਤੇ ਵੀ ਗੁੱਸਾ ਸੀ। ਵਿਕਰਮ ਹੀ ਮੈਨੂੰ ਜਗਾ ਦਿੰਦਾ। ਇਹ ਸੋਚ ਕੇ ਮੈਂ ਘੜੀ ਵੱਲ ਦੇਖਿਆ ਤਾਂ ਸਵੇਰ ਦੇ 6 ਵੱਜ ਚੁੱਕੇ ਸਨ। ਹੁਣ ਮੈਂ ਥੋੜ੍ਹਾ ਉਲਝਣ ਮਹਿਸੂਸ ਕਰਨ ਲੱਗੀ। ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਵਿਕਰਮ ਮੇਰੇ ਕੋਲੋਂ ਉੱਠ ਕੇ ਚਲਾ ਗਿਆ। ਖੈਰ, ਮੈਂ ਆਪਣੇ ਖਿਲਰੇ ਵਾਲ ਇਕੱਠੇ ਕੀਤੇ। ਮੈਂ ਹੌਲੀ-ਹੌਲੀ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਹਾਲ ਵਿੱਚ ਸન્ਨਾਟਾ ਛਾਇਆ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ, ਪਰ ਨੀਂਦ ਮੇਰੀਆਂ ਅੱਖਾਂ ਵਿੱਚੋਂ ਗਾਇਬ ਹੋ ਚੁੱਕੀ ਸੀ। ਵਿਕਰਮ ਇੰਨੀ ਸਵੇਰੇ ਕਿੱਥੇ ਚਲਾ ਗਿਆ ਸੀ? ਮੇਰੇ ਸਹੁਰੇ ਘਰ ਮੇਰਾ ਪਹਿਲਾ ਦਿਨ ਸੀ। ਮੈਂ ਉੱਠ ਕੇ ਬਾਹਰ ਨਹੀਂ ਜਾ ਸਕਦੀ ਸੀ, ਇਸ ਲਈ ਮੈਂ ਕਮਰੇ ਵਿੱਚ ਬੈਠੀ ਵਿਕਰਮ ਦੀ ਉਡੀਕ ਕਰਦੀ ਰਹੀ। 8 ਵਜੇ ਦੇ ਆਸ-ਪਾਸ ਮੈਂ ਕੁਝ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ। ਜਦੋਂ ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਸੱਸ ਹਾਲ ਵਿੱਚ ਬੈਠੀ ਹੱਸ ਰਹੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਹੁਣੇ ਹੀ ਕਿਧਰੋਂ ਆਈ ਹੋਵੇ। ਮੈਨੂੰ ਦੇਖ ਕੇ ਉਹ ਹਲਕੀ ਜਿਹੀ ਮੁਸਕਰਾਈ ਤੇ ਕਹਿਣ ਲੱਗੀ, ਬੇਟਾ ਇੱਧਰ ਆ, ਮੇਰੇ ਨੇੜੇ ਆ ਕੇ ਬੈਠ। ਮੈਂ ਹੌਲੀ-ਹੌਲੀ ਉਹਨਾਂ ਦੇ ਨੇੜੇ ਜਾ ਕੇ ਉਸ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਅਤੇ ਫਿਰ ਮੈਂ ਉਹਨਾਂ ਦੇ ਕੋਲ ਬੈਠ ਗਈ। ਮੇਰੀ ਸੱਸ ਕਹਿਣ ਲੱਗੀ, ਮੇਰੀ ਤਬੀਅਤ ਅਚਾਨਕ ਵਿਗੜ ਗਈ ਸੀ। ਫਿਰ ਵਿਕਰਮ ਮੈਨੂੰ ਡਾਕਟਰ ਕੋਲ ਲੈ ਗਿਆ। ਇਹ ਸੁਣ ਕੇ ਮੈਂ ਸਮਝ ਗਈ ਕਿ ਵਿਕਰਮ ਕਮਰੇ ਵਿੱਚ ਕਿਉਂ ਨਹੀਂ ਸੀ। ਪਰ ਮੇਰੀ ਸੱਸ ਦੀ ਅਗਲੀ ਗੱਲ ਨੇ ਤਾਂ ਮੇਰੇ ਹੋਸ਼ ਹੀ ਉਡਾ ਦਿੱਤੇ ਸੀ। ਮੇਰੀ ਸੱਸ ਨੇ ਕਿਹਾ, ਪੁੱਤ, ਮੈਨੂੰ ਤੇਰੇ ਤੋਂ ਬਹੁਤ ਸ਼ਰਮ ਆਉਂਦੀ ਹੈ। ਦਰਅਸਲ ਰਾਤ ਨੂੰ ਜਦੋਂ ਮੈਂ ਤੈਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਆਈ ਤਾਂ ਅਚਾਨਕ ਮੇਰੀ ਤਬੀਅਤ ਖਰਾਬ ਹੋਣ ਲੱਗੀ ਤਾਂ ਵਿਕਰਮ ਮੈਨੂੰ ਜਲਦੀ ਹੀ ਹਸਪਤਾਲ ਲੈ ਗਿਆ। ਮੇਰਾ ਬੀਪੀ ਬਹੁਤ ਵੱਧ ਗਿਆ ਸੀ। ਸਾਰੀ ਰਾਤ ਹਸਪਤਾਲ ਵਿੱਚ ਹੀ ਗੁਜ਼ਾਰੀ। ਅਸੀਂ ਹੁਣੇ ਵਾਪਸ ਆਏ ਹਾਂ। ਵਿਕਰਮ ਮੈਨੂੰ ਛੱਡ ਕੇ ਦਵਾਈ ਲੈਣ ਚਲਾ ਗਿਆ ਹੈ। ਦੋਸਤੋ, ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਵਾਲੀ ਰਾਤ ਹੀ ਪਤੀ ਕਮਰੇ ਵਿੱਚ ਨਹੀਂ ਆਇਆ। ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੇ ਦਿਮਾਗ ਵਿੱਚ ਗੱਲਾਂ ਘੁੰਮਣ ਲੱਗ ਪਈਆਂ। ਜੇ ਵਿਕਰਮ ਹਸਪਤਾਲ ਵਿੱਚ ਸੀ ਤਾਂ ਰਾਤ ਨੂੰ ਮੇਰੇ ਕਮਰੇ ਵਿੱਚ ਮੇਰੇ ਨਾਲ ਕੌਣ ਸੀ? ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਮੈਨੂੰ ਚੱਕਰ ਆਉਣ ਲੱਗੇ। ਮੈਨੂੰ ਲੱਗਾ ਜਿਵੇਂ ਘਬਰਾਹਟ ਕਾਰਨ ਮੇਰਾ ਦਮ ਘੁੱਟ ਜਾਵੇਗਾ।
ਫਿਰ ਮੈਂ ਕਿਸ ਨਾਲ ਰਾਤ ਕੱਟੀ ਸੀ? ਫਿਰ ਉਹ ਆਦਮੀ ਕੌਣ ਸੀ ਜਿਸ ਨੇ ਮੇਰੇ ਕੋਲ ਵਿਕਰਮ ਦਾ ਨਾਂ ਲੈ ਕੇ ਜਿਹੀ ਘਿਨੌਣੀ ਖੇਡ ਖੇਡੀ ਸੀ? ਮੈਨੂੰ ਲੱਗਿਆ ਕਿ ਮੈਂ ਹੁਣੇ ਚੱਕਰ ਖਾ ਕੇ ਹੇਠਾਂ ਡਿੱਗ ਜਾਵਾਂਗੀ। ਉਦੋਂ ਹੀ ਵਿਕਰਮ ਹਾਲ ਵਿੱਚ ਵੜਿਆ ਸੀ। ਮੈਨੂੰ ਦੇਖ ਕੇ ਉਸ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ। ਮੇਰੀ ਸੱਸ ਨੇ ਕਿਹਾ, ਲਓ ਆ ਗਿਆ ਵਿਕਰਮ। ਉਹਨਾਂ ਨੇ ਮੇਰੇ ਨਾਲ ਹੈਲੋ ਕੀਤੀ ਤਾਂ ਮੇਰੇ ਮਨ ਵਿੱਚ ਘੰਟੀਆਂ ਵੱਜਣ ਲੱਗ ਪਈਆਂ। ਇਹ ਆਵਾਜ਼ ਉਹੀ ਆਵਾਜ਼ ਨਹੀਂ ਸੀ ਜੋ ਰਾਤ ਭਰ ਮੇਰੇ ਕੰਨਾਂ ਵਿੱਚ ਪਿਆਰ ਭਰੇ ਸ਼ਬਦ ਗੂੰਜਦੀ ਰਹੀ ਸੀ। ਮੇਰਾ ਦਿਲ ਇੰਨਾ ਸੁੰਨ ਹੋ ਗਿਆ ਸੀ ਕਿ ਧੜਕਣਾ ਭੁੱਲ ਗਿਆ ਸੀ। ਹੁਣ ਮੈਨੂੰ ਆਪਣੇ ਆਪ ਤੋਂ ਘਿਰਣਾ ਮਹਿਸੂਸ ਹੋਣ ਲੱਗੀ ਸੀ। ਮੈਂ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਦੇਰ ਬਾਅਦ ਜਿਵੇਂ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਮੇਰੇ ਦਿਲ ਨੂੰ ਲੱਗਾ ਜਿਵੇਂ ਕਿਸੇ ਨੇ ਆਪਣੀ ਮੁੱਠੀ ਵਿੱਚ ਲੈ ਲਿਆ ਹੋਵੇ। ਵਿਕਰਮ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਕਹਿਣ ਲੱਗਾ, ਮੈਨੂੰ ਮਾਫ਼ ਕਰ ਦਿਓ। ਵਿਆਹ ਦੀ ਪਹਿਲੀ ਰਾਤ ਮੈਂ ਬਹੁਤ ਕੁਝ ਸੋਚਿਆ ਸੀ, ਪਰ ਅਚਾਨਕ ਮਾਂ ਦੀ ਤਬੀਅਤ ਬਹੁਤ ਵਿਗੜ ਗਈ ਸੀ। ਮੈਨੂੰ ਅਚਾਨਕ ਜਾਣਾ ਪਿਆ, ਪਰ ਮੈਂ ਆਪਣੀ ਭੈਣ ਨੂੰ ਕਿਹਾ ਸੀ ਕਿ ਉਹ ਤੈਨੂੰ ਦੱਸ ਦੇਵੇ ਕਿ ਮੈਨੂੰ ਦੇਰ ਹੋ ਜਾਵੇਗੀ, ਪਰ ਉਸਨੇ ਤੈਨੂੰ ਦੱਸਿਆ ਨਹੀਂ। ਵਿਕਰਮ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਤੇ ਮੈਂ ਉਸ ਵੱਲ ਦੇਖ ਰਹੀ ਸੀ। ਮੇਰਾ ਸਭ ਕੁਝ ਖਤਮ ਹੋ ਗਿਆ ਸੀ। ਮੈਂ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੇਰੀ ਨਣਦ ਮੇਰੇ ਕਮਰੇ ਵਿੱਚ ਨਹੀਂ ਆਈ ਸੀ, ਨਾ ਹੀ ਉਸਨੇ ਮੈਨੂੰ ਕੁਝ ਅਜਿਹਾ ਕਿਹਾ ਸੀ। ਵਿਕਰਮ ਕਹਿਣ ਲੱਗਾ, ਇਹ ਕੁੜੀ ਵੀ ਬਹੁਤ ਭੁਲੱਕੜ ਹੈ। ਇਹ ਭੁੱਲ ਗਈ ਹੋਵੇਗੀ। ਕਿਰਪਾ ਕਰਕੇ ਰੋ ਨਾ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੀ ਰਾਤ ਚਿੰਤਾ ਕੀਤੀ ਹੋਵੇਗੀ। ਇਹ ਰਾਤ ਇੱਕ ਲੜਕੀ ਲਈ ਬਹੁਤ ਮਹੱਤਵਪੂਰਨ ਹੈ ਅਤੇ ਜਦੋਂ ਉਸ ਦਾ ਪਤੀ ਸਾਰੀ ਰਾਤ ਕਮਰੇ ਵਿੱਚ ਨਹੀਂ ਆਉਂਦਾ ਅਤੇ ਉਸ ਨੂੰ ਇਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਤਾਂ ਇਹ ਹੋਰ ਵੀ ਪਰੇਸ਼ਾਨੀ ਹੋ ਜਾਂਦੀ ਹੈ। ਵਿਕਰਮ ਮੇਰੇ ਤੋਂ ਬਹੁਤ ਸ਼ਰਮਿੰਦਾ ਹੋਇਆ ਅਤੇ ਮਾਫ਼ੀ ਮੰਗ ਰਿਹਾ ਸੀ। ਮੈਂ ਜਿਸ ਦਰਦ ਵਿੱਚੋਂ ਗੁਜ਼ਰੀ ਸੀ ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਕਰਨ ਦੇ ਸਮਰਥ ਵੀ ਨਹੀਂ ਸੀ। ਵਿਕਰਮ ਮੇਰੇ ਬਹੁਤ ਨੇੜੇ ਆ ਗਿਆ। ਵਿਕਰਮ ਦੀਆਂ ਅੱਖਾਂ ਵਿੱਚ ਇੱਕ ਨਸ਼ਾ ਨਜ਼ਰ ਆਉਣ ਲੱਗ ਪਿਆ ਸੀ। ਇਸ ਤੋਂ ਪਹਿਲਾਂ ਕਿ ਵਿਕਰਮ ਮੇਰੇ ਨੇੜੇ ਆ ਕੇ ਕੁਝ ਕਰਦਾ, ਉਸ ਨੂੰ ਪਿੱਛੇ ਧੱਕਾ ਦਿੱਤਾ। ਬਹੁਤ ਕੁਝ ਗਲਤ ਹੋ ਗਿਆ ਸੀ। ਅਚਾਨਕ ਮੈਂ ਬਹੁਤ ਰੋਣ ਲੱਗ ਪਈ ਅਤੇ ਵਿਕਰਮ ਮੇਰੇ ਰੋਣ ਕਾਰਨ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਾ, ਮੈਨੂੰ ਮਾਫ਼ ਕਰਨਾ। ਮੈਨੂੰ ਨਹੀਂ ਪਤਾ ਸੀ ਕਿ ਉਹ ਤੁਹਾਨੂੰ ਨਹੀਂ ਦੱਸੇਗੀ। ਵਿਕਰਮ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਮੇਰੇ ਦੋਵੇਂ ਹੱਥ ਫੜ ਲਏ, ਪਰ ਮੈਨੂੰ ਲੱਗਾ ਜਿਵੇਂ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਮੈਂ ਝੱਟ ਆਪਣੇ ਹੱਥ ਉਸ ਤੋਂ ਦੂਰ ਕਰ ਲਏ। ਮੈਨੂੰ ਹੁਣ ਹਰ ਚੀਜ਼ ਤੋਂ ਡਰ ਲੱਗਦਾ ਸੀ, ਵਿਕਰਮ ਤੋਂ ਵੀ। ਮੇਰੀ ਹਾਲਤ ਵੀ ਬੜੀ ਅਜੀਬ ਹੋ ਗਈ ਸੀ। ਮੈਨੂੰ ਦੇਖ ਕੇ ਉਹ ਚਿੰਤਤ ਹੋਣ ਲੱਗਾ। ਮੈਂ ਕਿਹਾ, ਮੇਰੇ ਤੋਂ ਦੂਰ ਰਹੋ। ਉਹ ਮੇਰੀ ਉਦਾਸੀ ਨੂੰ ਮੇਰੀ ਨਾਰਾਜ਼ਗੀ ਸਮਝਣ ਲੱਗ ਪਿਆ। ਮੈਂ ਸੋਚ ਰਹੀ ਸੀ ਕਿ ਜੇ ਰਾਤ ਨੂੰ ਵਿਕਰਮ ਮੇਰੇ ਕੋਲ ਨਹੀਂ ਆਇਆ ਤਾਂ ਕੌਣ ਆਇਆ ਸੀ। ਵਿਕਰਮ ਕਹਿਣ ਲੱਗਾ, ਠੀਕ ਹੈ, ਚਿੰਤਾ ਨਾ ਕਰੋ, ਆਰਾਮ ਕਰੋ। ਇਹ ਮੇਰੀ ਗਲਤੀ ਹੈ। ਮੈਨੂੰ ਤੁਹਾਨੂੰ ਖੁਦ ਦੱਸਣਾ ਚਾਹੀਦਾ ਸੀ। ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ। ਮੇਰੀ ਹਾਲਤ ਹੁਣ ਵਿਗੜਦੀ ਜਾ ਰਹੀ ਸੀ। ਮੇਰੇ ਕੰਨਾਂ ਵਿੱਚ ਰਾਤ ਦੀ ਚੀਖ ਚਿਹਾੜਾ ਗੂੰਜਣ ਲੱਗਾ। ਉਹੀ ਪਿਆਰ ਭਰੇ ਸ਼ਬਦ, ਉਹੀ ਪਿਆਰ ਭਰੀਆਂ ਗੱਲਾਂ ਕਾਰਨ ਮੇਰਾ ਸਾਰਾ ਸਰੀਰ ਕੰਬਣ ਲੱਗਾ। ਤਸੀਹੇ ਸ਼ਾਇਦ ਉਸ ਲਈ ਇੱਕ ਛੋਟਾ ਜਿਹਾ ਸ਼ਬਦ ਹੈ ਜਿਸ ਵਿੱਚੋਂ ਮੈਂ ਲੰਘ ਰਹੀ ਸੀ। ਮੇਰੇ ਲਈ ਸਭ ਸਹਿਣਾ ਮੌਤ ਦੇ ਬਰਾਬਰ ਸੀ। ਮੈਂ ਸਰਗੋਸੀਆਂ ਨੂੰ ਰੋਕਣ ਲਈ ਆਪਣੇ ਦੋਵੇਂ ਹੱਥ ਆਪਣੇ ਕੰਨਾਂ 'ਤੇ ਰੱਖੇ ਜੋ ਕਿਸੇ ਹੋਰ ਆਦਮੀ ਦੇ ਸਨ। ਮੇਰੇ ਤੋਂ ਇਹ ਪਾਪ ਕਿਵੇਂ ਹੋ ਗਿਆ? ਆਪਣੇ ਪਤੀ ਵਿਕਰਮ ਨਾਲ ਧੋਖਾ ਕੀਤਾ ਹੈ। ਮੈਂ ਇਹ ਸਹਿਣ ਕਰਨ ਦੇ ਯੋਗ ਨਹੀਂ ਸੀ। ਇਹ ਮੇਰੇ ਤੋਂ ਕੀ ਹੋ ਗਿਆ ਸੀ? ਕੋਈ ਮੇਰੇ ਕਮਰੇ 'ਚ ਕਿਵੇਂ ਦਾਖਲ ਹੋਇਆ? ਉਸਨੇ ਹਨੇਰੇ ਦਾ ਫਾਇਦਾ ਕਿਵੇਂ ਉਠਾਇਆ? ਮੈਂ ਕੀ ਕਹਾਂਗੀ ਵਿਕਰਮ ਨੂੰ? ਮੇਰੀ ਗੱਲ 'ਤੇ ਕੌਣ ਵਿਸ਼ਵਾਸ ਕਰੇਗਾ? ਮੇਰੇ ਦਿਮਾਗ ਵਿੱਚ ਚੱਲਣ ਵਾਲੇ ਸਵਾਲ ਨੇ ਮੇਰੀ ਜਾਨ ਲੈ ਲਈ ਸੀ। ਜੇ ਮੈਂ ਚੁੱਪ ਰਹਿੰਦੀ ਤਾਂ ਆਪ ਦੀ ਤਲਵਾਰ ਮੇਰੇ ਸਿਰ 'ਤੇ ਲਟਕ ਰਹੀ ਸੀ ਜੋ ਮੈਨੂੰ ਹਰ ਪਲ ਮਾਰ ਰਹੀ ਸੀ। ਅਤੇ ਜੇ ਮੈਂ ਵਿਕਰਮ ਨੂੰ ਸਭ ਕੁਝ ਦੱਸ ਦਿੱਤਾ ਹੁੰਦਾ ਤਾਂ ਉਹ ਕਦੇ ਵੀ ਮੇਰੀ ਗੱਲ 'ਤੇ ਵਿਸ਼ਵਾਸ ਨਾ ਕਰਦਾ। ਉਹ ਸੋਚਦਾ ਕਿ ਮੈਂ ਆਪਣੇ ਮਾਪਿਆਂ ਦੇ ਘਰ ਤੋਂ ਹੀ ਚਰਿੱਤਰਹੀਨ ਦਾ ਦਾਗ ਲੈ ਕੇ ਆਪਣੇ ਸਹੁਰੇ ਘਰ ਆਈ ਹਾਂ। ਮੈਂ ਕਿਸ ਦੁਹਰਾਹੇ 'ਤੇ ਖੜੀ ਸੀ। ਮੇਰੇ ਮਨ ਵਿੱਚ ਇੱਕ ਹੋਰ ਡਰ ਸੀ ਕਿ ਰਾਤ ਨੂੰ ਵਿਕਰਮ ਜਦੋਂ ਮੇਰੇ ਨੇੜੇ ਆਵੇਗਾ, ਸ਼ਾਇਦ ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕੁਆਰੀ ਨਹੀਂ ਹਾਂ। ਮੈਂ ਪਹਿਲਾਂ ਹੀ ਆਪਣੀ ਕੁਆਰੀਪਨ ਗਵਾ ਚੁੱਕੀ ਹਾਂ।
ਇਸ ਸੋਚ ਕੇ ਮੇਰਾ ਦਿਲ ਕੰਬ ਰਿਹਾ ਸੀ। ਆਪਣੀ ਜ਼ਿੰਦਗੀ ਵਿੱਚ ਵਿਕਰਮ ਤੋਂ ਇਲਾਵਾ ਕਦੇ ਕਿਸੇ ਬਾਰੇ ਨਹੀਂ ਸੋਚਿਆ। ਵਿਕਰਮ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਆਦਮੀ ਸੀ ਅਤੇ ਮੇਰੇ ਦਿਲ ਦੀ ਧੜਕਣ ਉਸ ਲਈ ਹੀ ਸੀ। ਉਸ ਨੂੰ ਆਪਣਾ ਪਤੀ ਮੰਨ ਲਿਆ ਸੀ ਅਤੇ ਆਪਣੇ ਦਿਲ ਵਿੱਚ ਉਸ ਨਾਲ ਪਿਆਰ ਵੀ ਕਰ ਲਿਆ ਸੀ। ਪਰ ਉਹ ਕੌਣ ਨੀਚ ਇਨਸਾਨ ਸੀ ਜਿਸ ਨੇ ਇੱਕ ਰਾਤ ਵਿੱਚ ਮੇਰੇ ਤੋਂ ਜਿਉਣ ਦਾ ਹੱਕ ਖੋਹ ਲਿਆ ਸੀ। ਮੈਂ ਆਪਣੇ ਵਾਲਾਂ ਨੂੰ ਮੁੱਠੀ ਵਿੱਚ ਫੜ ਲਿਆ ਤੇ ਰੋ ਰਹੀ ਸੀ। ਸਵੇਰ ਦੇ 10 ਵੱਜ ਚੁੱਕੇ ਸਨ ਜਦੋਂ ਮੇਰੇ ਕਮਰੇ ਵਿੱਚ ਦਸਤਕ ਹੋਈ। ਮੇਰੀਆਂ ਅੱਖਾਂ ਰੋਣ ਨਾਲ ਲਾਲ ਹੋ ਗਈਆਂ ਸਨ। ਮੈਂ ਝੱਟ ਆਪਣੇ ਹੰਝੂ ਪੂੰਝ ਲਏ। ਮੇਰੀ ਨਣਦ ਪ੍ਰੀਤੀ ਸੀ। ਉਸਨੇ ਕਿਹਾ, ਭਾਬੀ ਆ ਕੇ ਨਾਸ਼ਤਾ ਕਰੋ। ਪ੍ਰੀਤੀ ਵਿਕਰਮ ਦੀ ਜੁੜਵਾਂ ਭੈਣ ਸੀ। ਸਿਰਫ 1-2 ਭੈਣ ਭਰਾ ਸਨ। ਘਰ ਵਿੱਚ ਹੋਰ ਕੋਈ ਮਰਦ ਨਹੀਂ ਸੀ। ਇਸ ਲਈ ਮੇਰੇ ਨਾਲ ਇਹ ਕਾਨੂੰਨੀ ਖੇਡ ਕਿਸ ਨੇ ਖੇਡੀ? ਆਖਿਰ ਇਹ ਕਿਸ ਨੇ ਕੀਤਾ? ਇੱਕ ਸਵਾਲ ਮੈਨੂੰ ਮਾਰ ਰਿਹਾ ਸੀ। ਮੈਂ ਉੱਠ ਕੇ ਬਾਥਰੂਮ ਗਈ, ਮੂੰਹ ਅਤੇ ਹੱਥ ਧੋ ਕੇ ਕਮਰੇ ਤੋਂ ਬਾਹਰ ਆ ਗਈ। ਬਾਹਰ ਡਾਈਨਿੰਗ ਟੇਬਲ ਤੇ ਸਿਰਫ ਵਿਕਰਮ ਅਤੇ ਪ੍ਰੀਤੀ ਹੀ ਨਾਸ਼ਤਾ ਕਰ ਰਹੇ ਸਨ। ਮੇਰੀ ਸੱਸ ਉੱਥੇ ਨਹੀਂ ਸੀ। ਸ਼ਾਇਦ ਉਹ ਬਿਮਾਰ ਹੋਣ ਕਰਕੇ ਸੋ ਰਹੀ ਸੀ। ਮੈਂ ਵਿਕਰਮ ਦੇ ਕੋਲ ਬੈਠ ਗਈ। ਉਹ ਆਪਣੀ ਭੈਣ ਨੂੰ ਝਿੜਕ ਰਿਹਾ ਸੀ ਕਿ ਤੂੰ ਮੇਰੀ ਗੱਲ ਸੁਣ ਕੇ ਆਪਣੀ ਭਾਬੀ ਨੂੰ ਕਿਉਂ ਨਹੀਂ ਦੱਸਿਆ ਸੀ ਕਿ ਮੈਂ ਅੱਜ ਰਾਤ ਕਮਰੇ ਵਿੱਚ ਨਹੀਂ ਆਵਾਂਗਾ। ਉਸਨੇ ਕਿਹਾ ਕਿ ਮੈਂ ਬਹੁਤ ਥੱਕ ਗਈ ਸੀ, ਇਸ ਲਈ ਮੈਂ ਲੇਟ ਗਈ ਅਤੇ ਫਿਰ ਸੌਂ ਗਈ। ਇੱਕ ਹੋਰ ਗੱਲ ਮੇਰੇ ਸਾਹਮਣੇ ਆਈ। ਪ੍ਰੀਤੀ ਕਹਿਣ ਲੱਗੀ ਕਿ ਰਾਤ ਨੂੰ ਸਾਡੇ ਘਰ ਦੀਆਂ ਲਾਈਟਾਂ ਬੰਦ ਹੋ ਗਈਆਂ। ਹਾਲਾਂਕਿ ਸਾਰੇ ਆਂਢ ਗੁਆਂਢ ਵਿੱਚ ਲਾਈਟਾਂ ਜਗ ਰਹੀਆਂ ਸਨ। ਅਤੇ ਇਹ ਸੁਣ ਕੇ ਮੇਰੇ ਹੱਥ ਵਿੱਚ ਫੜੀ ਹੋਈ ਬੁਰਕੀ ਉੱਥੇ ਹੀ ਰੁਕ ਗਈ। ਪ੍ਰੀਤੀ ਕਹਿਣ ਲੱਗੀ, ਭਾਈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਘਰ ਦੀਆਂ ਲਾਈਟਾਂ ਕਿਵੇਂ ਬੰਦ ਹੋ ਗਈਆਂ। ਸਾਰੀ ਰਾਤ ਲਾਈਟਾਂ ਬੰਦ ਰਹੀਆਂ ਅਤੇ ਜਦੋਂ ਮੈਂ ਸਵੇਰੇ ਉੱਠ ਕੇ ਲਾਈਟਾਂ ਚੈੱਕ ਕੀਤੀਆਂ ਤਾਂ ਕਿਸੇ ਨੇ ਸਾਡੇ ਘਰ ਦਾ ਮੇਨ ਸਵਿੱਚ ਬੰਦ ਕੀਤਾ ਹੋਇਆ ਸੀ। ਪਤਾ ਨਹੀਂ ਇਹ ਸਭ ਕਿਸ ਨੇ ਕੀਤਾ। ਇਸ ਹਨੇਰੇ ਵਿੱਚ ਮੇਰੇ ਕੋਲੋਂ ਸਭ ਕੁਝ ਲੁੱਟ ਗਿਆ ਸੀ। ਇਸ ਗੱਲ ਬਾਰੇ ਸੁਣ ਕੇ ਵਿਕਰਮ ਪਹਿਲਾਂ ਤਾਂ ਇਸ ਬਾਰੇ ਸੋਚਣ ਲੱਗਾ, ਫਿਰ ਮੋਢੇ ਹਿਲਾ ਕੇ ਕਿਹਾ ਕਿ ਸ਼ਾਇਦ ਉਸ ਦੇ ਕਿਸੇ ਦੋਸਤ ਨੇ ਸ਼ਰਾਰਤ ਕੀਤੀ ਹੋਵੇਗੀ। ਉਹਨਾਂ ਨੇ ਆਪਣੇ ਘਰਾਂ ਨੂੰ ਜਾਂਦੇ ਸਮੇਂ ਮੇਨ ਸਵਿੱਚ ਬੰਦ ਕਰ ਦਿੱਤਾ ਹੋਵੇਗਾ। ਇਹ ਕਹਿ ਕੇ ਵਿਕਰਮ ਨੇ ਗੱਲ ਖਤਮ ਕਰ ਦਿੱਤੀ। ਮੈਂ ਨਾਸ਼ਤਾ ਕਰਕੇ ਆਪਣੇ ਕਮਰੇ ਵਿੱਚ ਆ ਗਈ। ਮੈਂ ਸੋਚ ਰਹੀ ਸੀ ਕਿ ਮੇਰੇ ਨਾਲ ਇਹ ਕਾਨੂੰਨੀ ਖੇਡ ਖੇਡਣ ਵਾਲਾ ਕੌਣ ਹੋ ਸਕਦਾ ਹੈ। ਫਿਰ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗੀ। ਜਦੋਂ ਮੈਂ ਮੋਬਾਈਲ ਚੁੱਕਿਆ ਤਾਂ ਅਣਜਾਣ ਨੰਬਰ ਸੀ। ਜਿਵੇਂ ਹੀ ਮੈਂ ਫ਼ੋਨ ਚੁੱਕਿਆ ਤਾਂ ਮੈਂ ਹੈਰਾਨ ਰਹਿ ਗਈ। ਉਹ ਆਦਮੀ ਸੀ। ਉਸਨੇ ਪੁੱਛਿਆ, ਤੁਸੀਂ ਕਿਵੇਂ ਹੋ ਡਾਰਲਿੰਗ? ਉਸ ਦੀ ਆਵਾਜ਼ ਸੁਣ ਕੇ ਮੇਰੇ ਹੱਥੋਂ ਫ਼ੋਨ ਡਿੱਗ ਪਿਆ। ਉਸ ਕੋਲ ਮੇਰਾ ਨੰਬਰ ਵੀ ਸੀ। ਇਹ ਕੌਣ ਸੀ? ਮੈਂ ਬਹੁਤ ਘਬਰਾ ਗਈ ਸੀ। ਮੈਂ ਪੁੱਛਿਆ, ਤੁਸੀਂ ਕੌਣ ਹੋ? ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਆਵਾਜ਼ ਵਿੱਚ ਬੋਲਿਆ। ਉਸਨੇ ਕਿਹਾ, ਤੁਸੀਂ ਵੀ ਪੁੱਛ ਰਹੇ ਹੋ ਕਿ ਮੈਂ ਕੌਣ ਹਾਂ? ਕਿ ਤੁਸੀਂ ਕੱਲ੍ਹ ਵਾਲੀ ਰਾਤ ਭੁੱਲ ਗਏ ਹੋ? ਉਹ ਪਲ ਅਜੇ ਵੀ ਮੈਨੂੰ ਸੁਨਹਿਰੀ ਸੁਪਨੇ ਵਾਂਗ ਜਾਪਦੇ ਹਨ। ਤੇਰੇ ਵਰਗੀ ਸੋਹਣੀ ਕੁੜੀ ਅਜੇ ਤੱਕ ਮੇਰੀ ਜ਼ਿੰਦਗੀ ਵਿੱਚ ਨਹੀਂ ਆਈ। ਜੀ ਖੁਸ਼ ਹੋ ਗਿਆ ਸੀ ਮੇਰਾ। ਜੇ ਤੁਸੀਂ ਕਹੋ ਤਾਂ ਕੱਲ੍ਹ ਦੀ ਮੁਲਾਕਾਤ ਨੂੰ ਅੱਜ ਫੇਰ ਦੁਹਰਾ ਦਿਆਂ। ਇਹ ਸੁਣ ਕੇ ਮੇਰੇ ਕੰਨਾਂ ਵਿੱਚ ਸੀਟੀ ਵੱਜਣ ਲੱਗੀ। ਮੈਂ ਕਿਹਾ, ਤੂੰ ਕੌਣ ਹੈ? ਇਹ ਸਭ ਮੇਰੇ ਨਾਲ ਕਿਉਂ ਕੀਤਾ? ਉਹ ਫਿਰ ਮੇਰੀਆਂ ਗੱਲਾਂ ਤੇ ਉੱਚੀ ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਦੁਲਹਨ ਦੇ ਰੂਪ ਵਿੱਚ ਦੇਖ ਕੇ ਪਾਗਲ ਹੋ ਗਿਆ ਤੇ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ। ਅਤੇ ਵਿਕਰਮ ਨੂੰ ਵੀ ਇਹ ਨਹੀਂ ਪਤਾ ਕਿ ਉਸ ਦੀ ਕਿਸਮਤ ਕਿੰਨੀ ਚੰਗੀ ਹੈ। ਹਰ ਕੁੜੀ ਪਹਿਲਾਂ ਉਸ ਵਾਲਾ ਕਰਿਸ਼ਤ ਹੁੰਦੀ ਹੈ। ਭਾਵੇਂ ਮੈਂ ਕਿਸੇ ਤੋਂ ਘੱਟ ਸੁੰਦਰ ਨਹੀਂ ਹਾਂ, ਪਰ ਵਿਕਰਮ ਦੇ ਸਾਹਮਣੇ ਮੈਂ ਥੋੜ੍ਹਾ ਘਟੀਆ ਲੱਗਦਾ ਹਾਂ। ਮੈਂ ਉਸ ਤੋਂ ਅਜਿਹੀਆਂ ਗੱਲਾਂ ਹੋਰ ਨਹੀਂ ਸੁਣਨਾ ਚਾਹੁੰਦੀ ਸੀ, ਇਸ ਲਈ ਮੈਂ ਗੁੱਸੇ ਨਾਲ ਫ਼ੋਨ ਬੰਦ ਕਰ ਦਿੱਤਾ। ਮੈਂ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੀ ਸੀ ਕਿ ਇਹ ਬੰਦਾ ਕਿੰਨਾ ਘਟੀਆ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਵਿਅਕਤੀ ਮੇਰਾ ਫ਼ੋਨ ਨੰਬਰ ਜਾਣਦਾ ਹੈ। ਉਹ ਕਿੰਨੀ ਬੇਹੁਦਗੀ ਨਾਲ ਆਪਣੀ ਗੰਦੀ ਖੇਡ ਦਾ ਪਰਦਾਫਾਸ਼ ਕਰ ਰਿਹਾ ਸੀ। ਮੇਰਾ ਦਿਲ ਇੰਨਾ ਬੇਚੈਨ ਸੀ ਕਿ ਸ਼ਾਇਦ ਮੈਂ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਸੀ। ਮੈਂ ਸਾਰਾ ਦਿਨ ਇਸੇ ਪਰੇਸ਼ਾਨੀ ਵਿੱਚ ਗੁਜ਼ਾਰਿਆ ਸੀ। ਰਾਤ ਨੂੰ ਮੈਨੂੰ ਫਿਰ ਇੱਕ ਨੰਬਰ ਤੋਂ ਮੈਸੇਜ ਆਇਆ ਕਿ ਜੇ ਤੂੰ ਵਿਕਰਮ ਨੂੰ ਆਪਣੇ ਨੇੜੇ ਆਉਣ ਦਿੱਤਾ ਤਾਂ ਮੈਂ ਤੇਰਾ ਰਾਜ਼ ਸਭ ਦੇ ਸਾਹਮਣੇ ਜ਼ਾਹਰ ਕਰ ਦਿਆਂਗਾ ਅਤੇ ਵਿਕਰਮ ਨੂੰ ਦੱਸਾਂਗਾ ਕਿ ਮੇਰਾ ਇਸ ਕੁੜੀ ਨਾਲ ਵਿਆਹ ਤੋਂ ਪਹਿਲਾਂ ਹੀ ਅਫੇਅਰ ਚੱਲ ਰਿਹਾ ਹੈ ਅਤੇ ਇਸ ਕੁੜੀ ਨਾਲ ਮੇਰੇ ਹਰ ਤਰ੍ਹਾਂ ਦੇ ਸੰਬੰਧ ਹਨ। ਤੁਸੀਂ ਮੇਰੇ ਦਿਲ ਨੂੰ ਪਸੰਦ ਆ ਗਏ ਹੋ। ਮੈਂ ਤੁਹਾਡੇ ਨਾਲ ਉਹੀ ਪਿਆਰ ਭਰੇ ਪਲ ਦੁਬਾਰਾ ਬਿਤਾਉਣਾ ਚਾਹੁੰਦਾ ਹਾਂ। ਇਸ ਲਈ ਕੰਨ ਖੋਲ੍ਹ ਕੇ ਸੁਣੋ। ਵਿਕਰਮ ਨੂੰ ਆਪਣੇ ਨੇੜੇ ਨਾ ਆਉਂਦੇ ਹੋ, ਨਹੀਂ ਤਾਂ ਨਤੀਜਿਆਂ ਲਈ
ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਵੈਸੇ ਇੱਕ ਗੱਲ ਦੱਸੋ, ਉਸ ਰਾਤ ਤੁਹਾਨੂੰ ਖੁਸ਼ ਤਾਂ ਕੀਤਾ। ਮੈਂ ਬਹੁਤ ਗੁੱਸੇ ਵਿੱਚ ਆ ਗਈ ਅਤੇ ਮੈਂ ਫ਼ੋਨ ਕੱਟ ਦਿੱਤਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਇਹ ਗੱਲ ਮੈਂ ਹੁਣ ਤੱਕ ਵਿਕਰਮ ਤੋਂ ਲੁਕੋ ਕੇ ਰੱਖੀ ਸੀ। ਉਹ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਤੇ ਤਲਾਕ ਲੈ ਲਵੇਗਾ। ਮੈਂ ਚਿੰਤਤ ਰਹੀ। ਮੈਨੂੰ ਕੋਈ ਪਤਾ ਨਹੀਂ ਸੀ ਕਿ ਆਦਮੀ ਕੌਣ ਸੀ। ਮੈਂ ਆਪਣੇ ਮਨ ਵਿੱਚ ਆਪਣੇ ਅਤੀਤ ਨੂੰ ਦੇਖ ਲਿਆ ਸੀ, ਪਰ ਮੈਨੂੰ ਕੋਈ ਅਜਿਹਾ ਲੜਕਾ ਯਾਦ ਨਹੀਂ ਸੀ ਜੋ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਸੀ। ਉਸ ਤੋਂ ਬਾਅਦ ਉਸ ਲੜਕੇ ਨੇ ਮੈਨੂੰ ਕੁਝ ਤਸਵੀਰਾਂ ਦਿਖਾਈਆਂ ਜੋ ਸ਼ਾਇਦ ਉਸ ਨੂੰ ਸਾਡੇ ਵਿਆਹ ਦੀ ਪਹਿਲੀ ਰਾਤ ਮਿਲੀਆਂ ਸਨ, ਜਦੋਂ ਮੈਂ ਉਸ ਦੇ ਮੋਢੇ 'ਤੇ ਸਿਰ ਰੱਖ ਕੇ ਗੂੜੀ ਨੀਂਦ ਵਿੱਚ ਸੋ ਰਹੀ ਸੀ। ਉਸਨੇ ਆਪਣਾ ਚਿਹਰਾ ਨੰਗਾ ਕੀਤਾ ਹੋਇਆ ਸੀ ਅਤੇ ਮੈਂ ਉਸਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਸੀ। ਮੈਂ ਸਵਾਲ ਕਈ ਵਾਰ ਦੁਹਰਾਇਆ ਸੀ ਕਿ ਤੁਸੀਂ ਕੌਣ ਹੋ, ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ, ਪਰ ਜਵਾਬ ਵਿੱਚ ਉਹ ਹੱਸਣ ਲੱਗ ਪੈਂਦਾ ਸੀ। ਪਰ ਫਿਰ ਇਹ ਰਾਜ ਵੀ ਕਾਫੀ ਦੇਰ ਤੱਕ ਗੁਪਤ ਹੀ ਰਿਹਾ। ਰਾਤ ਨੂੰ ਜਦੋਂ ਵਿਕਰਮ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੈਂ ਉਸਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਤੋਂ ਦੂਰ ਕਰ ਦਿੰਦੀ ਸੀ। ਪਰ ਜ਼ਾਹਿਰ ਹੈ ਕਿ ਉਹ ਮੇਰਾ ਪਤੀ ਹੈ, ਉਹ ਕਿੰਨਾ ਕੁ ਚਿਰ ਮੇਰੇ ਤੋਂ ਦੂਰ ਰਹਿ ਸਕਦਾ ਹੈ। ਮੇਰੇ ਅੰਦਰ ਇਹ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਜੇ ਵਿਕਰਮ ਮੇਰੇ ਨੇੜੇ ਆ ਗਿਆ ਅਤੇ ਜੇਕਰ ਉਸ ਨੂੰ ਮੇਰੀ ਪਹਿਲੀ ਰਾਤ ਦੀ ਸੱਚਾਈ ਦਾ ਪਤਾ ਲੱਗ ਗਿਆ ਤਾਂ ਉਹ ਮੈਨੂੰ ਤਲਾਕ ਦੇ ਦੇਵੇਗਾ। ਅਤੇ ਦੂਜਾ ਡਰ ਸੀ ਕਿ ਜੇਕਰ ਉਸ ਲੜਕੇ ਨੂੰ ਪਤਾ ਲੱਗ ਗਿਆ ਤਾਂ ਉਹ ਵਿਕਰਮ ਨੂੰ ਮੇਰੇ ਬਾਰੇ ਝੂਠੀ ਖਬਰ ਦੇ ਕੇ ਮੇਰਾ ਘਰ ਬਰਬਾਦ ਕਰ ਦੇਵੇਗਾ। ਔਰਤ ਲਈ ਉਸ ਦਾ ਘਰ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਤੋਂ ਵੀ ਵੱਧ ਉਸ ਲਈ ਉਸ ਦੀ ਇੱਜ਼ਤ ਹੁੰਦੀ ਹੈ। ਜੇ ਉਹ ਮੁੰਡਾ ਇੱਦਾਂ ਦੀਆਂ ਗੱਲਾਂ ਫੈਲਾ ਕੇ ਮੇਰਾ ਘਰ ਬਰਬਾਦ ਕਰ ਦੇਵੇ ਤਾਂ ਮੇਰੀ ਇੱਜ਼ਤ ਵੀ ਨਿਲਾਮ ਹੋ ਜਾਵੇਗੀ ਤੇ ਫਿਰ ਕੋਈ ਵੀ ਔਰਤ ਵਿਆਹ ਤੋਂ ਬਾਅਦ ਤਲਾਕ ਨਹੀਂ ਲੈਣਾ ਚਾਹੁੰਦੀ। ਮੈਂ ਬਹੁਤ ਪਰੇਸ਼ਾਨ ਸੀ, ਮੇਰਾ ਦਿਲ ਡਰਦਾ ਰਹਿੰਦਾ ਸੀ। ਇੱਕ ਵਾਰ ਅਜਿਹਾ ਹੋਇਆ ਕਿ ਮੇਰੇ ਹੋਸ਼ ਉੱਡ ਗਏ। ਮੇਰੀ ਨਣਦ ਪ੍ਰੀਤੀ ਦੀ ਆਪਣੇ ਇੱਕ ਦੋਸਤ ਨਾਲ ਮੰਗਣੀ ਹੋ ਗਈ ਸੀ। ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੇ ਸਨ। ਇੱਕ ਵਾਰ ਉਹ ਸਾਡੇ ਘਰ ਆਇਆ। ਮੇਰੀ ਸੱਸ ਨੇ ਮੈਨੂੰ ਸਵੇਰ ਤੋਂ ਹੀ ਦੱਸਿਆ ਸੀ ਕਿ ਪ੍ਰੀਤੀ ਦਾ ਮੰਗੇਤਰ ਸਾਡੇ ਨਾਲ ਰਾਤ ਦੇ ਖਾਣੇ 'ਤੇ ਆਵੇਗਾ, ਇਸ ਲਈ ਮੈਂ ਖਾਣੇ ਦੀ ਸਾਰੀ ਤਿਆਰੀ ਕਰ ਲਈ ਸੀ। ਅਤੇ ਰਾਤ ਨੂੰ ਜਦੋਂ ਪ੍ਰੀਤੀ ਦਾ ਮੰਗੇਤਰ ਸੋਨੂ ਆਇਆ ਤਾਂ ਮੈਂ ਰਸੋਈ ਵਿੱਚ ਰੁੱਝੀ ਹੋਈ ਸੀ। ਪ੍ਰੀਤੀ ਵੀ ਖਾਣਾ ਬਣਾਉਣ ਵਿੱਚ ਮੇਰੀ ਮਦਦ ਕਰ ਰਹੀ ਸੀ। ਜਦੋਂ ਸਭ ਕੁਝ ਤਿਆਰ ਹੋ ਗਿਆ ਤਾਂ ਪ੍ਰੀਤੀ ਕਹਿਣ ਲੱਗੀ, ਭਾਬੀ ਜੀ, ਉਹਨਾਂ ਲੋਕਾਂ ਦੇ ਸਾਹਮਣੇ ਇਹ ਨਾ ਦੱਸੋ ਕਿ ਤੁਸੀਂ ਖਾਣਾ ਤਿਆਰ ਕੀਤਾ ਹੈ, ਸਿਰਫ ਇਹ ਕਹਿਣਾ ਕਿ ਮੈਂ ਇਸ ਨੂੰ ਬਣਾਇਆ ਹੈ। ਹਰ ਵਾਰ ਮੇਰੇ ਖਾਣੇ ਵਿੱਚ ਕੋਈ ਨਾ ਕੋਈ ਕਮੀ ਰਹਿੰਦੀ ਹੈ। ਮੈਂ ਪ੍ਰੀਤੀ ਦੀ ਹਾਲਤ ਨੂੰ ਸਮਝ ਸਕਦੀ ਸੀ। ਹਰ ਕੁੜੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਉਸਨੇ ਜੋ ਬਣਾਇਆ ਹੈ ਉਸ ਦੀ ਤਾਰੀਫ ਕਰੇ। ਮੈਂ ਮੁਸਕਰਾ ਕੇ ਕਿਹਾ ਕਿ ਠੀਕ ਹੈ। ਉਹ ਮੇਰੀਆਂ ਗੱਲਾਂ 'ਤੇ ਖੁਸ਼ ਹੋ ਗਈ। ਜਿਵੇਂ ਹੀ ਮੈਂ ਖਾਣਾ ਮੇਜ਼ 'ਤੇ ਰੱਖਿਆ ਤਾਂ ਸਾਹਮਣੇ ਸੋਨੂ ਬੈਠਾ ਸੀ। ਉਸ ਨੂੰ ਨਮਸਕਾਰ ਕੀਤਾ, ਉਸ ਨੇ ਸਿਰ ਹਿਲਾ ਦਿੱਤਾ। ਪਰ ਉਸ ਤੋਂ ਬਾਅਦ ਜੋ ਵੀ ਹੋਇਆ, ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਡਾਈਨਿੰਗ ਟੇਬਲ 'ਤੇ ਸਾਰੇ ਬੈਠੇ ਸਨ। ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਸੋਨੂ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਹੋਵੇ। ਉਹ ਮੇਜ਼ 'ਤੇ ਬੈਠ ਗਿਆ ਅਤੇ ਭੋਜਨ ਦੀ ਪਹਿਲੀ ਰੋਟੀ ਲੈਂਦੇ ਹੋਏ ਉਸਨੇ ਕਿਹਾ, ਇਹ ਬਹੁਤ ਸਵਾਦ ਹੈ। ਮੈਨੂੰ ਯਕੀਨ ਹੈ ਕਿ ਇਹ ਪ੍ਰੀਤੀ ਨੇ ਤਿਆਰ ਨਹੀਂ ਕੀਤਾ ਹੋਵੇਗਾ। ਪਰ ਪ੍ਰੀਤੀ ਨੇ ਕਿਹਾ, ਇਹ ਮੈਂ ਤਿਆਰ ਕੀਤਾ ਹੈ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਭਾਬੀ ਜੀ ਨੂੰ ਪੁੱਛੋ। ਮੈਂ ਖਾਣਾ ਖਾ ਰਹੀ ਸੀ, ਪਰ ਸੋਨੂ ਦੀ ਆਵਾਜ਼ ਸੁਣ ਕੇ ਮੇਰੀ ਬੁਰਕੀ ਮੇਰੇ ਹੱਥ ਵਿੱਚ ਹੀ ਰਹਿ ਗਈ। ਮੈਂ ਝੱਟ ਉਸ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਜੋ ਕੁਝ ਮੈਂ ਦੇਖਿਆ ਉਹ ਮੇਰੀ ਜਾਨ ਲੈਣ ਲਈ ਕਾਫੀ ਸੀ। ਉਹ ਅਜੀਬ ਜਿਹੀ ਮੁਸਕਰਾਹਟ ਚਿਹਰੇ 'ਤੇ ਲੈ ਕੇ ਮੇਰੇ ਵੱਲ ਹੀ ਦੇਖ ਰਿਹਾ ਸੀ। ਮੈਨੂੰ ਲੱਗਾ ਜਿਵੇਂ ਮੈਂ ਸਾਹ ਲੈਣਾ ਹੀ ਭੁੱਲ ਗਈ ਸੀ। ਉਸ ਦੀ ਆਵਾਜ਼ ਮੈਂ ਕਿਵੇਂ ਭੁੱਲ ਸਕਦੀ ਸੀ। ਉਸ ਦੇ ਪਿਆਰ ਨੇ ਤਾਂ ਮੇਰੀ ਨੀਂਦ ਖਰਾਬ ਕਰ ਦਿੱਤੀ ਸੀ ਅਤੇ ਮੇਰੇ ਦਿਲ ਦੀ ਸ਼ਾਂਤੀ ਨੂੰ ਬਰਬਾਦ ਕਰ ਦਿੱਤਾ ਸੀ। ਸੋਨੂ ਕਹਿ ਰਿਹਾ ਸੀ ਕਿ ਖਾਣਾ ਇੰਨਾ ਸਵਾਦੀ ਹੈ ਕਿ ਮੇਰਾ ਮਨ ਕਰਦਾ ਹੈ ਕਿ ਇਸ ਨੂੰ ਪਕਾਉਣ ਵਾਲੇ ਦੇ ਹੱਥਾਂ ਨੂੰ ਚੁੰਮ ਲਵਾਂ। ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ ਅਤੇ ਗੱਲਾਂ ਕਰ ਰਿਹਾ ਸੀ ਅਤੇ ਜਿਸ ਤਰੀਕੇ ਨਾਲ ਉਸਨੇ ਪਹਿਲੀ ਰਾਤ ਕੀਤੀ ਸੀ, ਮੇਰੀ ਸੱਸ ਵੀ ਉਸ ਦੇ ਬਰਾਬਰ ਹੀ ਬੈਠੀ ਸੀ। ਉਸਨੇ ਉਸ ਦੀ ਕਮਰ ਨੂੰ ਥਪਥਪਾਇਆ ਅਤੇ ਕਿਹਾ, ਸ਼ਰਮ ਕਰੋ। ਮੈਨੂੰ ਉਸ ਦਾ ਹਾਸਾ ਜਾਂ ਉਸ ਦੇ ਕਹਿਣ ਦਾ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਸੀ। ਮੇਰੇ ਕੰਨ ਧੋਖਾ ਨਹੀਂ ਖਾ ਸਕਦੇ ਸੀ। ਇਹ ਉਹੀ ਬੰਦਾ ਸੀ ਜਿਸ ਨੇ ਮੈਨੂੰ ਬਰਬਾਦ ਕਰ ਦਿੱਤਾ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਨਣਦ ਦਾ ਹੋਣ ਵਾਲਾ ਪਤੀ ਮੇਰੇ ਨਾਲ ਇੰਨੀ ਵੱਡੀ ਗੜਬੜ ਕਰ ਸਕਦਾ ਹੈ।
ਮੈਂ ਅੱਜ ਤੱਕ ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ, ਜਾਣਦੀ ਵੀ ਨਹੀਂ ਸੀ। ਫਿਰ ਉਸਨੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ। ਖਾਣਾ ਅੱਧ ਵਿਚਾਲੇ ਛੱਡ ਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਕੁਝ ਦੇਰ ਬਾਅਦ ਮੇਰੇ ਮੋਬਾਈਲ ਤੇ ਮੈਸੇਜ ਆਇਆ ਕਿ ਕੱਲ ਦੁਪਹਿਰ ਨੂੰ ਹੋਟਲ ਦੇ ਕਮਰੇ 'ਚ ਪਹੁੰਚ ਜਾਵੋ, ਨਹੀਂ ਤਾਂ ਮੈਂ ਤੇਰਾ ਰਾਜ ਸਾਰਿਆਂ ਨੂੰ ਦੱਸ ਦਿਆਂਗਾ। ਮੈਂ ਆਪਣਾ ਮੋਬਾਈਲ ਬੰਦ ਕਰ ਦਿੱਤਾ ਅਤੇ ਆਪਣਾ ਸਿਰ ਆਪਣੇ ਦੋਹਾਂ ਹੱਥਾਂ ਨਾਲ ਫੜ ਲਿਆ। ਮੈਂ ਇਹ ਪਾਪ ਨਹੀਂ ਕਰ ਸਕਦੀ ਸੀ, ਪਰ ਜੇ ਮੈਂ ਸੱਚ ਕਹਾਂ ਤਾਂ ਕੋਈ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ। ਇਸ ਸਮੇਂ ਮੈਂ ਬਹੁਤ ਪਰੇਸ਼ਾਨੀ ਵਿੱਚ ਸੀ ਕਿ ਮੈਨੂੰ ਹੋਟਲ ਦੇ ਕਮਰੇ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ। ਰਾਤ ਨੂੰ ਜਦੋਂ ਵਿਕਰਮ ਮੇਰੇ ਕਮਰੇ ਵਿੱਚ ਆਇਆ ਤਾਂ ਉਸ ਦਾ ਅੰਦਾਜ਼ ਬਦਲ ਚੁੱਕਾ ਸੀ। ਉਸ ਦੀਆਂ ਅੱਖਾਂ ਨਸ਼ੇ ਨਾਲ ਭਰੀਆਂ ਹੋਈਆਂ ਸਨ। ਉਹ ਮੇਰੇ ਬਹੁਤ ਨੇੜੇ ਆ ਗਿਆ। ਉਸਨੇ ਮੇਰੇ ਹੱਥ ਨੂੰ ਫੜ ਲਿਆ ਅਤੇ ਕਿਹਾ, ਹੁਣ ਮੈਂ ਤੁਹਾਡੇ ਤੋਂ ਹੋਰ ਦੂਰ ਨਹੀਂ ਰਹਿ ਸਕਦਾ। ਤੂੰ ਮੇਰੇ ਤੋਂ ਕਿਉਂ ਭੱਜਦੀ ਹੈ? ਮੈਂ ਉਸ ਨੂੰ ਆਪਣੇ ਹੱਥ ਨਾਲ ਦੂਰ ਕਰ ਦਿੱਤਾ। ਉਹ ਮੇਰੀ ਇਸ ਹਰਕਤ 'ਤੇ ਹੈਰਾਨ ਸੀ। ਉਸਨੇ ਕਿਹਾ, ਤੂੰ ਮੇਰੇ ਕੋਲੋਂ ਕਿਉਂ ਭੱਜਦੀ ਹੈ? ਠੀਕ ਹੈ, ਵਿਆਹ ਵਾਲੀ ਰਾਤ ਮੈਂ ਆਪਣੀ ਮਾਂ ਦੇ ਨਾਲ ਹਸਪਤਾਲ ਗਿਆ ਸੀ, ਇਸ ਲਈ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ, ਪਰ ਤੁਸੀਂ ਮੈਨੂੰ ਇਸ ਗੱਲ ਦੀ ਸਜ਼ਾ ਕਦੋਂ ਤੱਕ ਦਿਓਗੇ? ਮੈਂ ਚੁੱਪ ਸੀ। ਜੇ ਮੈਂ ਜਵਾਬ ਦਿੱਤਾ ਹੁੰਦਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਕਿਸਮ ਦੀ ਮੁਸੀਬਤ ਵਿੱਚ ਹਾਂ, ਤੂੰ ਮੇਰੇ ਤੇ ਵਿਸ਼ਵਾਸ ਕਰੇਗਾ ਜਾਂ ਨਾ? ਮੈਂ ਕਿਹਾ, ਵਿਕਰਮ, ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ? ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗਾ ਤੇ ਪੁੱਛਣ ਲੱਗਾ, ਇਸ ਦਾ ਕੀ ਮਤਲਬ ਹੈ? ਮੈਂ ਤੈਨੂੰ ਕਦੋਂ ਪਿਆਰ ਕੀਤਾ? ਤੁਸੀਂ ਮੈਨੂੰ ਮੌਕਾ ਵੀ ਨਹੀਂ ਦਿੱਤਾ। ਉਹ ਮੇਰੇ ਬਹੁਤ ਨੇੜੇ ਆ ਗਿਆ ਅਤੇ ਮੇਰੇ ਕੰਨਾਂ ਵਿੱਚ ਕੁਸਰ ਮੁਸਰ ਕਰਨ ਲੱਗਾ। ਉਹ ਸ਼ਾਇਦ ਸ਼ਰਾਰਤੀ ਮੂਡ ਵਿੱਚ ਸੀ, ਪਰ ਮੈਂ ਬਹੁਤ ਸ਼ਾਂਤ ਸੀ। ਮੈਂ ਕਿਹਾ, ਵਿਕਰਮ, ਸੋਨੂੰ ਤੁਹਾਨੂੰ ਕਿਵੇਂ ਲੱਗਦਾ ਹੈ? ਮੇਰੇ ਸਵਾਲ ਤੇ ਉਸਨੇ ਕਿਹਾ, ਇਹ ਸੋਨੂੰ ਸਾਡੇ ਵਿਚਕਾਰ ਕਿੱਥੋਂ ਆ ਗਿਆ? ਮੈਂ ਕਿਹਾ, ਇਹ ਦੱਸੋ, ਇਹ ਕਿਹੋ ਜਿਹਾ ਮੁੰਡਾ ਹੈ? ਵਿਕਰਮ ਕਹਿਣ ਲੱਗਾ, ਇਹ ਚੰਗਾ ਹੈ ਅਤੇ ਉਹ ਮੇਰਾ ਅਤੇ ਪ੍ਰੀਤੀ ਦਾ ਦੋਸਤ ਹੈ। ਪ੍ਰੀਤੀ ਅਤੇ ਮੈਂ ਇੱਕੋ ਜਮਾਤ ਵਿੱਚ ਪੜ੍ਹਦੇ ਸੀ, ਕਿਉਂਕਿ ਅਸੀਂ ਜੁੜਵਾਂ ਸੀ ਅਤੇ ਸੋਨੂੰ ਵੀ ਇੱਕ ਜਮਾਤ ਵਿੱਚ ਪੜ੍ਹਦਾ ਸੀ। ਅਸੀਂ ਤਿੰਨੋਂ ਆਪਸ ਵਿੱਚ ਬਹੁਤ ਚੰਗੇ ਦੋਸਤ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਹਾਂ, ਪਰ ਉਹ ਚਰਿੱਤਰਹੀਣ ਕਿਸਮ ਦਾ ਮੁੰਡਾ ਹੈ। ਅੱਜ ਕੱਲ੍ਹ ਦੇ ਮੁੰਡੇ ਅਜਿਹੇ ਹੀ ਹੁੰਦੇ ਹਨ। ਉਹ ਵਿਆਹ ਤੋਂ ਬਾਅਦ ਆਪਣੇ ਆਪ ਸੁਧਰ ਜਾਵੇਗਾ। ਮੈਂ ਕਿਹਾ ਕਿ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਮੇਰੀ ਗੱਲ ਸੁਣ ਕੇ ਵਿਕਰਮ ਦਾ ਮੱਥਾ ਫਟ ਗਿਆ। ਉਸਨੇ ਕਿਹਾ, ਮਾਂ ਦੇ ਸਾਹਮਣੇ ਕੁਝ ਨਾ ਕਹੋ। ਮਾਂ ਸੋਨੂੰ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨੂੰ ਆਪਣਾ ਜਵਾਈ ਮੰਨਦੀ ਹੈ। ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ। ਮੈਂ ਵਿਕਰਮ ਨਾਲ ਗੱਲ ਕਰਨ ਲਈ ਆਪਣੀ ਸਾਰੀ ਹਿੰਮਤ ਇਕੱਠੀ ਕਰ ਰਹੀ ਸੀ, ਪਰ ਮੈਂ ਚੁੱਪ ਰਹੀ। ਅਗਲੇ ਦਿਨ ਜਦੋਂ ਮੈਂ ਹੋਟਲ ਗਈ ਤਾਂ ਸੋਨੂੰ ਕਮਰੇ ਵਿੱਚ ਪਹਿਲਾਂ ਹੀ ਮੌਜੂਦ ਸੀ। ਮੈਨੂੰ ਦੇਖ ਕੇ ਬੋਲਿਆ, ਦੇਖ ਲੈ, ਆਖਰ ਤੂੰ ਆ ਹੀ ਗਈ। ਮੈਨੂੰ ਪਤਾ ਸੀ ਕਿ ਤੂੰ ਆਉਣਾ ਹੀ ਸੀ। ਮੈਂ ਰੋਣ ਲੱਗ ਪਈ। ਮੈਂ ਕਿਹਾ, ਮੈਂ ਤੇਰਾ ਕੀ ਨੁਕਸਾਨ ਕੀਤਾ ਹੈ ਕਿ ਤੂੰ ਸਭ ਮੇਰੇ ਨਾਲ ਕੀਤਾ? ਸੋਨੂੰ ਨੇ ਕਿਹਾ ਕਿ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੁਲਹਨ ਦੇ ਰੂਪ 'ਚ ਦੇਖਿਆ ਸੀ ਤਾਂ ਮੈਂ ਤੁਹਾਨੂੰ ਦੇਖਦਾ ਹੀ ਰਹਿ ਗਿਆ। ਹੁਣ ਮੇਰਾ ਦਿਲ ਤੇਰੇ ਤੇ ਆ ਗਿਆ ਹੈ, ਇਸ ਲਈ ਮੈਂ ਪ੍ਰੀਤੀ ਦੀ ਮਾਂ ਦੇ ਖਾਣੇ ਵਿੱਚ ਕੁਝ ਮਿਲਾ ਦਿੱਤਾ, ਜਿਸ ਨਾਲ ਉਸ ਦਾ ਬੀਪੀ ਬਹੁਤ ਵੱਧ ਗਿਆ। ਮਜਬੂਰੀ ਵਿੱਚ ਵਿਕਰਮ ਨੂੰ ਉਸ ਦੇ ਨਾਲ ਹਸਪਤਾਲ ਜਾਣਾ ਪਿਆ ਅਤੇ ਫਿਰ ਮੈਂ ਮੇਨ ਸਵਿੱਚ ਬੰਦ ਕਰਕੇ ਤੁਹਾਡੇ ਕਮਰੇ ਵਿੱਚ ਆ ਗਿਆ। ਪ੍ਰੀਤੀ ਦੀਆਂ ਨਜ਼ਰਾਂ 'ਚ ਮੈਂ ਘਰ ਛੱਡ ਦਿੱਤਾ ਸੀ। ਤੁਹਾਨੂੰ ਲਈ ਇਹ ਸੰਭਵ ਨਹੀਂ ਹੈ ਕਿ ਉਹ ਪਸੰਦ ਕਰਨ ਵਾਲੀ ਚੀਜ਼ ਨੂੰ ਛੱਡ ਦੇਵੇ। ਉਸ ਦੀ ਹਰ ਗੱਲ ਮੰਨ ਰਿਹਾ ਸੀ। ਮੈਂ ਮੁਸਕਰਾਈ ਅਤੇ ਉਸ ਵੱਲ ਦੇਖਿਆ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਵਿਕਰਮ ਬਾਹਰ ਖੜਾ ਸੀ। ਮੈਂ ਵਿਕਰਮ ਨੂੰ ਆਪਣੇ ਨਾਲ ਲੈ ਕੇ ਆਈ ਸੀ ਤਾਂ ਜੋ ਉਹ ਸੱਚਾਈ ਜਾਣ ਸਕੇ। ਮੈਂ ਫੈਸਲਾ ਕਰ ਲਿਆ ਸੀ ਕਿ ਮੇਰੇ ਨਾਲ ਜੋ ਮਰਜ਼ੀ ਹੋ ਜਾਵੇ, ਭਾਵੇਂ ਵਿਕਰਮ ਮੈਨੂੰ ਤਲਾਕ ਦੇ ਦੇਵੇ, ਮੈਂ ਸੋਨੂੰ ਨੂੰ ਉਸ ਦੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੀ। ਇੱਥੇ ਉਹ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਗਲਤ ਕੰਮ ਕਰਦਾ ਸੀ। ਦੂਜੇ ਪਾਸੇ ਉਹ ਪ੍ਰੀਤੀ ਨਾਲ ਧੋਖਾ ਕਰ ਰਿਹਾ ਸੀ। ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਮੈਂ ਪ੍ਰੀਤੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਉਸ ਸਮੇਂ ਵਿਕਰਮ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਰਹੀਆਂ ਸਨ। ਸੋਨੂੰ ਦਾ ਰੰਗ ਉੱਡ ਗਿਆ ਸੀ। ਵਿਕਰਮ ਨੇ ਸੋਨੂੰ ਨੂੰ ਬਹੁਤ ਕੁੱਟਿਆ ਅਤੇ ਪ੍ਰੀਤੀ ਦਾ ਉਸ ਨਾਲ ਰਿਸ਼ਤਾ ਵੀ ਤੋੜ ਦਿੱਤਾ ਅਤੇ ਸੋਨੂੰ ਦਾ ਮੋਬਾਈਲ ਖੋਹ ਲਿਆ ਅਤੇ ਉਸ ਵਿੱਚੋਂ ਮੇਰੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ। ਵਿਕਰਮ ਮੇਰੇ ਸਾਹਮਣੇ ਸ਼ਰਮਿੰਦਾ ਸੀ ਅਤੇ ਮੈਂ ਬੇਹਾਲ ਹੋ ਰਹੀ ਸੀ। ਵਿਕਰਮ ਨੇ ਕਿਹਾ, ਚਿੰਤਾ ਨਾ ਕਰੋ, ਤੁਹਾਡੀ ਘਟਨਾ ਦੀ ਖਬਰ ਘਰ ਤੋਂ ਬਾਹਰ ਨਹੀਂ ਜਾਵੇਗੀ।
ਤੁਹਾਡੇ ਨਾਲ ਹੀ ਹਾਦਸਾ ਮੇਰੇ ਕਾਰਨ ਹੋਇਆ ਹੈ ਅਤੇ ਮੈਂ ਤੁਹਾਨੂੰ ਇਸ ਤਰ੍ਹਾਂ ਬੇਸਹਾਰਾ ਨਹੀਂ ਛੱਡਾਂਗਾ। ਵਿਕਰਮ ਨੇ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ। ਹਾਂ, ਘਰ ਆ ਕੇ ਪ੍ਰੀਤੀ ਨੂੰ ਪੂਰੀ ਸੱਚਾਈ ਜ਼ਰੂਰ ਦੱਸ ਦਿੱਤੀ ਸੀ ਕਿ ਸੋਨੂ ਨੇ ਮੇਰੇ ਨਾਲ ਕੀ ਕੀਤਾ ਸੀ। ਇਹ ਦੱਸਣਾ ਜ਼ਰੂਰੀ ਸੀ। ਜੇ ਮੈਂ ਪ੍ਰੀਤੀ ਨੂੰ ਸੱਚ ਨਾ ਦੱਸਿਆ ਹੁੰਦਾ ਤਾਂ ਪ੍ਰੀਤੀ ਸੋਨੂ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਦੀ ਸੀ। ਸੋਨੂ ਦੀ ਸੱਚਾਈ ਜਾਣ ਕੇ ਪ੍ਰੀਤੀ ਬਹੁਤ ਰੋਈ। ਉਸ ਦਾ ਦਿਲ ਟੁੱਟ ਗਿਆ ਸੀ, ਪਰ ਘੱਟੋ ਘੱਟ ਉਸ ਨੂੰ ਰਾਹਤ ਮਿਲੀ ਸੀ ਕਿ ਪ੍ਰੀਤੀ ਨੇ ਆਪਣੇ ਆਪ ਨੂੰ ਇੱਕ ਗਲਤ ਵਿਅਕਤੀ ਤੋਂ ਬਚਾਇਆ ਸੀ। ਵਿਕਰਮ ਨੇ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ ਅਤੇ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸੀ ਜੋ ਮੈਂ ਆਪਣੇ ਪਤੀ ਵਿਕਰਮ ਨਾਲ ਬਿਤਾਈ। ਮੇਰਾ ਪਤੀ ਮੈਨੂੰ ਸੱਚਮੁੱਚ ਦਿਲੋਂ ਬਹੁਤ ਹੀ ਪਿਆਰ ਕਰਦਾ ਸੀ। ਮੈਂ ਆਪਣੇ ਅਤੀਤ ਨੂੰ ਭੁੱਲ ਕੇ ਵਿਕਰਮ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।